ਉਸਤਤ ਨਿੰਦਾ ਨਾਨਕ ਜੀ। ਮਹੱਲਾ ਪਹਿਲਾ। ਆਵੋ ਮਿਲੋ ਸਹੇਲਿਓ, ਸੱਚੜਾ ਨਾਮ ਲੇਹਾ। ਆਓ ਮੇਰੀ ਸਤ ਸੰਗੀ ਸਹੇਲਿਓ, ਰਲ ਕੇ ਪਰਮਾਤਮਾ ਦਾ ਨਾਮ ਸਿਮਰੀਏ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ। ਰੋਵੋ ਬਿਰਹਾ ਤਨ ਕਾ ਆਪਣਾ ਸਾਹਿਬ ਸੰਮੇਲਹਾਂ। ਆਓ ਪ੍ਰਭੂ ਤੋਂ ਵਿਛੜੇ ਹੋਏ ਦਾ ਮੁੜ ਮੁੜ ਅਫਸੋਸ ਨਾਲ ਚੇਤਾ ਕਰੀਏ। ਉਹ ਵਿਛੋੜਾ ਦੂਰ ਕਰਨ ਲਈ ਮਾਲਕ ਪ੍ਰਭੂ ਨੂੰ ਯਾਦ ਕਰੀਏ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਹੈ ਵੀ ਜੋ ਜੀਵ ਇੱਥੋਂ ਚਲਾ ਗਿਆ ਹੈ ਉਹਦੇ ਲਈ ਅਫਸੋਸ ਨਾ ਕਰੋ। ਉਸ ਸਰੀਰ ਦਾ ਜੋ ਪਰਮਾਤਮਾ ਦੇ ਨਾਲ ਵਿਛੋੜਾ ਪਿਆ ਹੈ, ਜਾਂ ਆਪਣੇ ਸਰੀਰ ਦਾ ਜੋ ਪਰਮਾਤਮਾ ਨਾਲ ਵਿਛੋੜਾ ਹੁੰਦਾ ਹੈ, ਉਸ ਲਈ ਅਫਸੋਸ ਕਰੀਏ, ਚੇਤੇ ਕਰੀਏ, ਪਰਮਾਤਮਾ ਨੂੰ ਚੇਤੇ ਕਰੀਏ ਵੀ ਸਾਨੂੰ ਉਹ ਵਿਸਰੇ ਨਾ, ਇੱਕ ਪਲ ਵੀ ਸਾਨੂੰ ਵਿਸਰੇ ਨਾ। ਫਿਰ ਆਪਣੇ ਮਨ ਦੇ ਵਿੱਚ ਵਿਰਾਗ ਆਉਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਕਿਸੇ ਦੇ ਇੱਥੋਂ ਚਲੇ ਜਾਣ ਨਾਲ ਆਪਾਂ ਨੂੰ ਅਫਸੋਸ ਨਹੀਂ ਹੋਣਾ ਚਾਹੀਦਾ, ਪਰਮਾਤਮਾ ਦੇ ਵਿਛੜਨ ਦਾ ਅਫਸੋਸ ਹੋਣਾ ਚਾਹੀਦਾ ਹੈ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਗੁਰੂ ਸਾਹਿਬ ਸਮਝਾਉਂਦੇ ਹੈ ਅਸੀਂ ਮਾਲਕ ਨੂੰ ਹਿਰਦੇ ਵਿੱਚ ਵਸਾਈਏ ਤੇ ਉਸ ਰਸਤੇ ਨੂੰ ਤੱਕੀਏ ਜਿਸ ਰਸਤੇ ਸਾਰੇ ਜਾ ਰਹੇ ਹੈ। ਅਖੀਰ ਉਸ ਰਸਤੇ ਵਿੱਚ ਅਸੀਂ ਵੀ ਜਾਣਾ ਹੈ ਜਿੱਥੇ ਸਾਰੇ ਗਏ ਆ। ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਉਹ ਰਸਤਾ ਆਪਾਂ ਸੌਖਾ ਕਰ ਲਈਏ ਜਿੱਥੇ ਅਸੀਂ ਪਰਲੋਕ ਵਿੱਚ ਜਾਣਾ ਹੈ, ਜਿੱਥੇ ਸਾਰੇ ਅਨੇਕਾਂ ਜਾ ਚੁੱਕੇ ਹੈ। ਜਿਸ ਕਾ ਕੀਆ ਤਿਨ ਹੀ ਲਿਆ, ਹੋਆ ਤਿਸੇ ਕਾ ਭਾਣਾ। ਗੁਰੂ ਸਾਹਿਬ ਫਰਮਾਉਂਦੇ ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ ਉਸੇ ਨੇ ਜਿੰਦ ਵਾਪਸ ਲੈ ਲਈ ਹੈ। ਉਸੇ ਦੀ ਰਜ਼ਾ ਵਿੱਚ ਹੀ ਸਾਰਾ ਕੁਝ ਹੋਇਆ ਹੈ। ਮਗਰੋਂ ਰੋਣਾ ਵਿਅਰਥ ਹੈ। ਉਸ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਉੱਥੇ ਰੋਣ ਤੋਂ ਬਾਅਦ ਵੀ ਉੱਥੇ ਕੋਈ ਕਿਸੇ ਦਾ ਵੱਸ ਨਹੀਂ ਚੱਲਦਾ। ਜੋ ਵੀ ਕੁਛ ਕਰਨਾ ਹੈ ਪਰਮਾਤਮਾ ਨੇ ਆਪ ਕਰਨਾ ਹੈ। ਜੋ ਤਿਨ ਕਰ ਪਾਇਆ ਸੋ ਆਗੇ ਆਇਆ, ਅਸੀਂ ਕੀ ਹੁਕਮ ਕਰਿਆ। ਇੱਥੇ ਜਗਤ ਵਿੱਚ ਜੋ ਵੀ ਉਸ ਜੀਵ ਨੇ ਕੀਤਾ, ਜੋ ਵੀ ਕਰਮ ਕੀਤੇ, ਚੰਗੇ ਮਾੜੇ ਕੀਤੇ, ਉਹ ਉਸ ਦੇ ਅੱਗੇ ਆ ਜਾਂਦੇ ਹੈ, ਮਰਨ ਤੇ ਉਹਦੇ ਅੱਗੇ ਆ ਜਾਂਦੇ ਹੈ। ਇਹ ਰੱਬੀ ਨਿਯਮ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ। ਇਹ ਅਟੱਲ ਸੱਚਾਈ ਹੈ। ਜੋ ਆਇਆ ਉਸਨੇ ਜਾਣਾ ਹੀ ਹੈ। ਇੱਥੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਆਵੋ ਮਿਲੋ ਸਹੇਲਿਓ, ਸੱਚੜਾ ਨਾਮ ਲੇਹਾ। ਹੇ ਸਹੇਲਿਓ, ਸਤ ਸੰਗੀ ਸੱਜਣੋ, ਆਓ ਰਲ ਕੇ ਬੈਠੀਏ ਤੇ ਸਦਾ ਇੱਥੇ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰੀਏ। ਵਾਹਿਗੁਰੂ ਵਾਹਿਗੁਰੂ। ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰੀਏ ਜੋ ਸਾਡੇ ਨਾਲ ਜਾਣਾ ਹੈ, ਜਿਹਨੇ ਸਾਡਾ ਸਾਥੀ ਬਣਨਾ ਹੈ, ਜਿਹਦੇ ਨਾਲ ਸਾਨੂੰ ਅੱਗੇ ਜਾ ਕੇ ਪਰਲੋਕ ਵਿੱਚ ਇੱਜ਼ਤ ਮਿਲਣੀ ਹੈ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੇ ਐਸਾ ਕੋਈ। ਗੁਰੂ ਸਾਹਿਬ ਫਰਮਾਉਂਦੇ ਆ, ਹੇ ਲੋਕੋ, ਮੌਤ ਨੂੰ ਮਾੜਾ ਨਾ ਆਖੋ। ਮੌਤ ਚੰਗੀ ਹੈ, ਪਰ ਤਦੋਂ ਹੀ ਜੇ ਕੋਈ ਮਨੁੱਖ ਉਸ ਤਰੀਕੇ ਨਾਲ ਜਿਉਂ ਕੇ ਮਰਨਾ ਜਾਣਦਾ ਹੋਵੇ। ਵਾਹਿਗੁਰੂ ਵਾਹਿਗੁਰੂ। ਹੁਣ ਇੱਥੇ ਜਿਉਂਦੇ ਜੀ ਮਰਨ ਵਾਲੀ ਮੌਤ ਦੀ ਗੱਲ ਕੀਤੀ ਗਈ ਹੈ। ਵਾਹਿਗੁਰੂ। ਆਪਾ ਭਾਵ ਮਾਰਨਾ, ਜਿਉਂਦੇ ਜੀ ਤ੍ਰਿਸ਼ਨਾ ਆਸ਼ਾਵਾਂ ਸਾਰੀਆਂ ਤੋਂ ਮਰ ਜਾਣਾ,
ਜਿਹੜੀਆਂ ਤ੍ਰਿਸ਼ਨਾ ਹੈ, ਆਸਾ ਹੈ, ਸਾਰੀਆਂ ਖਤਮ ਕਰ ਦੇਣੀਆਂ, ਉਹਨਾਂ ਵੱਲੋਂ ਮਰ ਜਾਣਾ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਜੇ ਕਿਸੇ ਨੂੰ ਤਰੀਕਾ ਆਉਂਦਾ ਹੋਵੇ ਮਰਨ ਦਾ ਤਾਂ ਫਿਰ ਮੌਤ ਚੰਗੀ ਹੈ। ਵਾਹਿਗੁਰੂ। ਪਰ ਇਹ ਕਿਸੇ ਨੂੰ ਹੀ ਇਹ ਮਰਨਾ ਆਉਂਦਾ ਹੈ, ਜਿਉਂਦੇ ਜੀ ਮਰਨਾ। ਭਗਤ ਕਬੀਰ ਜੀ ਦਾ ਸ਼ਬਦ ਹੈ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਦੁਨੀਆ ਦੀ ਖਾਤਰ ਜੋ ਦੀਨ ਨੂੰ ਵਿਸਾਰ ਕੇ ਮਨੁੱਖ ਧਨ ਪਦਾਰਥ, ਪੁੱਤਰ, ਇਸਤਰੀ ਆਦਿ ਮਿੱਤਰ ਬਣਾਉਂਦਾ ਹੈ ਤੇ ਉਹਦੇ ਨਾਲ ਫਿਰ ਮੋਹ ਨਹੀਂ ਤੋੜ ਸਕਦਾ। ਇਹਨਾਂ ਸਭ ਤੋਂ ਸੁੱਖ ਦੀ ਆਸ ਰੱਖਦਾ ਹੈ, ਸੁੱਖਾਂ ਦੀ ਆਸ ਕਾਰਨ ਹੀ ਇਹਨਾਂ ਨਾਲ ਮੋਹ ਨਹੀਂ ਤੋੜ ਸਕਦਾ ਉਹ। ਪਰ ਭਗਤ ਕਬੀਰ ਜੀ ਫਰਮਾਉਂਦੇ, ਜਿਹੜੇ ਮੋਹ ਦੇ ਤਿਆਗ ਰੂਪ ਮੌਤ ਤੋਂ ਜਗਤ ਡਰਦਾ ਹੈ, ਉਹਦੇ ਨਾਲ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਸਾਰੇ ਸੰਸਾਰ ਨੂੰ ਤਿਆਗ ਦਿੱਤਾ ਸੀ। ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਵਿਅਰਥ ਲੱਗਦੀਆਂ ਸੀ। ਉਹਨਾਂ ਨੂੰ ਮਾਇਆ ਤੋਂ ਨਿਰਲੇਪ ਸੀ, ਤਾਂ ਉਹਨਾਂ ਦੇ ਮਨ ਵਿੱਚ ਖੁਸ਼ੀ ਸੀ, ਆਨੰਦ ਸੀ। ਕਹਿੰਦੇ ਦੁਨੀਆ ਦੇ ਇਸ ਮੋਹ ਪਿਆਰ ਵੱਲੋਂ ਮਰਿਆ ਹੀ ਉਹ ਪਰਮਾਤਮਾ ਮਿਲਦਾ ਹੈ, ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ। ਵਾਹਿਗੁਰੂ ਵਾਹਿਗੁਰੂ। ਸੇਵੇ ਸਾਹਿਬ ਸਮਰੱਥ ਆਪਣਾ, ਪੰਥ ਸਹੇਲਾ ਅੱਗੇ ਹੋਏ, ਮਾਲਕ ਨੂੰ ਸਿਮਰੋ ਤਾਂ ਕਿ ਜੀਵਨ ਦੇ ਸਫ਼ਰ ਵਿੱਚ ਰਸਤਾ ਸੌਖਾ ਹੋ ਜਾਵੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਉਸ ਦਾ ਸਿਮਰਨ ਕਰੋ, ਜਿਸ ਦੇ ਨਾਲ ਆਪਣਾ ਜੀਵਨ ਦਾ ਰਸਤਾ ਜਿਹੜਾ ਉਹ ਸੌਖਾ ਹੋ ਜਾਵੇ। ਇਸ ਸੰਸਾਰ ਸਮੁੰਦਰ ਤੋਂ ਆਪਾਂ ਸੌਖੇ, ਇਹ ਜੋ ਆਪਾਂ ਜੀਵਨ ਹੈ ਸੌਖਾ ਹੋ ਜਾਵੇ। ਪੰਥ ਸਹੇਲੇ ਜਾਵੇ ਤਾਂ ਫਲ ਪਾਵੇ, ਆਗੇ ਮਿਲੇ ਵਡਾਈ। ਕਹਿੰਦੇ ਸਿਮਰਨ ਦੀ ਬਰਕਤ ਨਾਲ ਸੌਖੇ ਜੀਵਨ ਰਸਤੇ ਤੁਰੋਗੇ ਤਾਂ ਇਹਦਾ ਫਲ ਵੀ ਮਿਲੂਗਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਵੀ ਮਿਲੂਗੀ। ਵਾਹਿਗੁਰੂ। ਲੋਕ ਸੁਖੀਆ ਤੇ ਪਰਲੋਕ ਸਹੇਲਾ ਹੋ ਜਾਊਗਾ ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਾਂਗੇ ਤਾਂ। ਭੇਟੇ ਸੋ ਜਾਵੇ ਸੱਚ ਸਮਾਵੇ, ਤਾਂ ਪਤ ਲੇਖੇ ਪਾਈ। ਗੁਰੂ ਸਾਹਿਬ ਫਰਮਾਉਂਦੇ, ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਓਗੇ ਤਾਂ ਉਸ ਸਦਾ ਫਿਰ ਪ੍ਰਭੂ ਵਿੱਚ ਇੱਕ ਰੂਪ ਹੋ ਜਾਓਗੇ ਤੇ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ। ਵਾਹਿਗੁਰੂ। ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵਾਂਗੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਰੂਪ ਹੋ ਜਾਵਾਂਗੇ, ਪਰਮਾਤਮਾ ਦੇ ਨਾਲ ਮਿਲਾਪ ਹੋ ਜਾਊਗਾ ਤੇ ਫਿਰ ਜੋ ਆਪਣੇ ਕੀਤੇ ਚੰਗੇ ਕਰਮ ਹੈ ਉਹਨਾਂ ਦੇ ਨਾਲ ਇੱਜ਼ਤ ਮਿਲੂਗੀ। ਮਹਿਲੀ ਜਾਏ ਪਾਵੇ ਖਸਮੇ, ਭਾਵੋ ਰੰਗ ਸੋ ਰਲੀਆਂ ਮਾਣੇ। ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਹੋ ਜਾਊਗਾ ਤੇ ਫਿਰ ਖਸਮ ਪ੍ਰਭੂ ਨੂੰ ਚੰਗੇ ਲੱਗਾਂਗੇ। ਇਸ ਤਰ੍ਹਾਂ ਫਿਰ ਪ੍ਰਭੂ ਪ੍ਰੇਮ ਨਾਲ ਆਤਮਕ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਫੇਰ ਪਰ ਆਪਾਂ ਨੂੰ ਹਜ਼ੂਰੀ ਵਿੱਚ ਥਾਂ ਮਿਲਣੀ ਹੈ ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਾਂਗੇ, ਉਸ ਦੀ ਸਿਫਤ ਸਲਾਹ ਕਰਾਂਗੇ, ਉਹਦੀ ਰਜ਼ਾ 'ਚ ਰਵਾਂਗੇ, ਉਹਦਾ ਭਾਣਾ ਮੰਨਾਂਗੇ। ਵਾਹਿਗੁਰੂ। ਫੇਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੇ ਲੱਗਾਂਗੇ ਤੇ ਫੇਰ ਹੀ ਉਹ ਆਪਾਂ ਨੂੰ ਆਪਣੇ ਨਾਲ ਮਿਲਾਪ ਹੋ ਜਾਊਗਾ।
ਮਰਨ ਨ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੇ। ਮੌਤ ਨੂੰ ਮਾੜਾ ਨਾ ਆਖੋ, ਹੇ ਲੋਕੋ ਮੌਤ ਨੂੰ ਮਾੜਾ ਨਾ ਆਖੋ। ਪਰ ਇਹ ਗੱਲ ਉਹੀ ਸਮਝਦਾ ਜਿਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ। ਜਿਉਂਦੇ ਜੀ ਆਪੇ ਭਾਵ ਆਪਦੀ ਹਉਮੈ ਮਾਰਨੀ, ਆਪਦੇ ਵਿਕਾਰਾਂ ਵੱਲੋਂ ਮਰਨਾ। ਗੁਰੂ ਸਾਹਿਬ ਨੇ ਇਸ ਮਰਨ ਦੀ ਗੱਲ ਕੀਤੀ ਹੈ। ਵਾਹਿਗੁਰੂ, ਇਹ ਕੋਈ ਵਿਰਲਾ ਹੀ ਹੁੰਦਾ ਹੈ। ਉਹ ਮਰਨਾ ਤਾਂ ਸਭ ਨੇ ਮਰਨਾ ਹੀ ਹੈ, ਜੋ ਆਇਆ ਉਹਨੇ ਜਾਣਾ ਹੀ ਜਾਣਾ ਹੈ। ਇਹ ਮਰਨਾ ਕਿਸੇ ਵਿਰਲੇ ਨੂੰ ਹੀ ਆਉਂਦਾ ਹੈ। ਮਰਨ ਮਨਸਾ ਸੂਰਿਆ, ਹੱਕ ਹੈ ਜੋ ਹੋਏ ਮਰਨ ਪਰਵਾਣੋ। ਜਿਹੜੇ ਮਨੁੱਖ ਜਿਉਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਆ, ਉਹ ਸੂਰਮੇ ਹੈ। ਉਹਨਾਂ ਦਾ ਮਰਨਾ ਵੀ ਲੋਕ ਪਰਲੋਕ ਵਿੱਚ ਸਲਾਹਿਆ ਜਾਂਦਾ ਹੈ। ਕਹਿੰਦੇ ਜਿਹੜੇ ਜਿਉਂਦੇ ਜੀ ਆਪਾ ਭਾਵ ਮਾਰ ਲੈਂਦੇ ਆ, ਉਹਨਾਂ ਦਾ ਮਰਨਾ ਕਬੂਲ ਹੈ। ਗੁਰੂ ਸਾਹਿਬ ਦਾ ਇੱਕ ਸ਼ਬਦ ਹੈ, ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ, ਹੋਏ ਸਭਨਾ ਕੀ ਰੇਣੁਕਾ, ਪਉ ਆਓ ਹਮਾਰੇ ਪਾਸ। ਪਰਮਾਤਮਾ ਵੱਲੋਂ ਸੁਨੇਹਾ ਹੈ ਬੰਦੇ ਨੂੰ ਵੀ ਪਹਿਲਾਂ ਹਉਮੈ ਮਮਤਾ ਤਿਆਗ ਕਰ ਦੇਵੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਹੈ ਇਹ ਬੰਦੇ ਨੂੰ ਵੀ ਜਿਹੜੀ ਹਉਮੈ ਮਮਤਾ ਹੈ, ਇਹ ਜਿਉਂਦੇ ਜੀ ਇਹਨੂੰ ਤਿਆਗ ਦੇਵੇ ਅਤੇ ਆਪਦੀ ਜਿਹੜੀ ਸਵਾਰਥ ਭਰੀ ਜ਼ਿੰਦਗੀ ਹੈ ਉਹਦੀ ਤਾਂਘ ਛੱਡ ਦੇਵੇ, ਆਪਣੀਆਂ ਆਸ਼ਾ ਤ੍ਰਿਸ਼ਨਾ ਨੂੰ ਮਾਰ ਦੇਵੇ ਅਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਵੇ। ਫਿਰ ਹੀ ਉਹ ਨੇੜੇ ਨੇੜੇ ਆ ਸਕਦਾ ਹੈ। ਵਾਹਿਗੁਰੂ ਵਾਹਿਗੁਰੂ। ਉਹੀ ਸੂਰਮਾ ਹੈ ਗੁਰੂ ਸਾਹਿਬ ਕਹਿੰਦੇ, ਜਿਹੜਾ ਇਹ ਸਾਰਾ ਕੁਛ ਅਪਣਾ ਲੂਗਾ, ਜਿਹੜਾ ਆਪਦੀਆਂ ਆਸ਼ਾ ਤ੍ਰਿਸ਼ਨਾ ਮਾਰ ਦੂਗਾ, ਵਿਕਾਰਾਂ ਨੂੰ ਕੱਢ ਦੂਗਾ ਆਪਣੇ ਅੰਦਰੋਂ। ਸੂਰੇ ਸੇਈ ਅੱਗੇ ਆਖੀਐ, ਦਰਗਹਿ ਪਾਵੈ ਸੱਚੀ ਮਾਣੋ। ਪ੍ਰਭੂ ਦੀ ਹਜ਼ੂਰੀ ਵਿੱਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹੈ ਜੋ ਸਦਾ ਫਿਰ ਪ੍ਰਭੂ ਦੀ ਦਰਗਾਹ ਦੇ ਵਿੱਚ ਆਦਰ ਪਾਉਂਦੇ ਆ। ਦਰਗਹਿ ਮਾਨ ਪਾਵੈ ਪਤ ਸਿਉ ਜਾਵੈ, ਆਗੇ ਦੁੱਖ ਨਾ ਲਾਗੇ। ਫਿਰ ਗੁਰੂ ਸਾਹਿਬ ਕਹਿੰਦੇ ਉਹ ਦਰਗਾਹ ਦੇ ਵਿੱਚ ਇੱਜ਼ਤ ਵੀ ਪਾਉਂਦੇ ਆ ਅਤੇ ਉੱਥੇ ਉਹਨਾਂ ਨੂੰ ਕੋਈ ਦੁੱਖ ਵੀ ਨਹੀਂ ਵਿਆਪਤਾ, ਇੱਜ਼ਤ ਨਾਲ ਜਾਂਦੇ ਇੱਥੋਂ ਉਹ। ਕਰ ਏਕ ਤੇ ਆਵੈ ਤਾਂ ਫਲ ਪਾਵੈ, ਜਿਤ ਸੇਵੀਐ ਭਉ ਲਾਗੇ। ਉਹ ਬੰਦੇ ਪਰਮਾਤਮਾ ਨੂੰ ਹਰ ਥਾਂ ਵਿਆਪਕ ਜਾਣ ਕੇ ਸਿਮਰਦੇ ਹਨ, ਉਹ ਫਿਰ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਅਤੇ ਹਰੇਕ ਕਿਸਮ ਦਾ ਡਰ ਉਹਨਾਂ ਦਾ ਦੂਰ ਹੋ ਜਾਂਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤਿਆਂ ਉਹਨਾਂ ਦਾ ਡਰ ਦੂਰ ਹੋ ਜਾਂਦਾ ਹੈ। ਅੱਗੇ ਗੁਰੂ ਸਾਹਿਬ ਫਰਮਾਉਂਦੇ, ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੇ ਜਾਣੋ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਮਨ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ। ਗੁਰੂ ਸਾਹਿਬ ਫਰਮਾਉਂਦੇ ਆ, ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਉਹ ਸਭ ਦੇ ਦਿਨਾਂ ਦੀ ਜਾਣਦਾ ਹੈ। ਗੁਰੂ ਸਾਹਿਬ ਕਹਿੰਦੇ ਆਪਾਂ ਨੂੰ ਉੱਚੇ ਬੋਲ ਬੋਲਣੇ ਨਹੀਂ ਚਾਹੀਦੇ, ਹੰਕਾਰ ਵਿੱਚ ਆਪਦੇ ਆਪ 'ਤੇ ਕਾਬੂ ਰੱਖਣਾ ਚਾਹੀਦਾ ਹੈ, ਆਪਦੇ ਆਪ ਨੂੰ ਨੀਵਾਂ। ਗੁਰੂ ਸਾਹਿਬ ਕਹਿੰਦੇ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਆਂ ਸਭ ਤੇ ਉੱਚਾ। ਕਹਿੰਦੇ ਜਿਹੜਾ ਆਪਦੇ ਆਪ ਨੂੰ ਨੀਵਾਂ ਕਹਾਊਗਾ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜੂਗਾ। ਕਹਿੰਦੇ ਨਿਮਰਤਾ 'ਚ ਰਹੂਗਾ, ਉਹ ਸਾਰਿਆਂ ਨਾਲੋਂ ਉੱਚਾ ਜਾਣਿਆ ਜਾਊਗਾ। ਅਤੇ ਗੁਰੂ ਸਾਹਿਬ ਕਹਿੰਦੇ ਆਪਸ ਕੋ ਜੋ ਭਲਾ ਕਹਾਵੇ, ਕਿਸੇ ਭਲਾਈ ਨਿਕਟ ਨਾ ਆਵੇ। ਕਹਿੰਦੇ ਜਿਹੜਾ ਆਪਦੇ ਆਪ ਨੂੰ ਭਲਾ ਕਹਾਉਂਦਾ, ਕਹਿੰਦਾ ਮੈਂ ਹੀ ਭਲਾ, ਅਤੇ ਫਿਰ ਉਹ ਪਤਾ ਲੱਗ ਜਾਂਦਾ ਵੀ ਭਲਾਈ ਤਾਂ ਇਹਦੇ ਨੇੜੇ ਤੇੜੇ ਵੀ ਨਹੀਂ ਗੀ।
ਵਾਹਿਗੁਰੂ ਵਾਹਿਗੁਰੂ। ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ, ਧਰ ਤਰਾਜੂ ਤੋਲੀਐ ਨਿਵਨ ਸੋ ਗੌਰਾ ਹੋਏ। ਵਾਹਿਗੁਰੂ। ਕਹਿੰਦੇ ਭਾਵੇਂ ਇੱਥੇ ਹਰ ਕੋਈ ਆਪਦੇ ਸਵਾਰਥ ਲਈ ਨੀਵਾਂ ਹੁੰਦਾ, ਕਿਸੇ ਦੂਜੇ ਦੀ ਖਾਤਰ ਨਹੀਂ ਹੁੰਦਾ, ਆਪਦੇ ਸਵਾਰਥ ਲਈ ਹੁੰਦਾ। ਕਿਸੇ ਪਰਾਏ ਲਈ ਕੋਈ ਨੀਵਾਂ ਨਹੀਂ ਹੁੰਦਾ। ਤੇ ਜੇ ਤੱਕੜੀ ਦੇ ਉੱਤੇ ਆਪਾਂ ਤੋਲਦੇ ਹਾਂ ਤੇ ਜਿਹੜੀ ਚੀਜ਼ ਚੰਗੀ ਹੁੰਦੀ ਹੈ, ਜਿਹੜੀ ਵੀ ਭਾਰੀ ਹੁੰਦੀ ਹੈ, ਉਹ ਹੀ ਨੀਵੀਂ ਹੁੰਦੀ ਹੈ, ਉਹ ਹੀ ਪਲੜਾ ਭਾਰਾ ਹੁੰਦਾ ਹੈ। ਭਾਵ ਜੋ ਨੀਵਾਂ ਹੋਊਗਾ, ਅੰਦਰੋਂ ਲਿਖਦਾ ਹੈ ਜਿਹੜਾ, ਉਹ ਵੱਡਾ ਮੰਨਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਉਹ ਆਪ ਜਾਣਦਾ, ਉਹ ਅੰਤਰਜਾਮੀ ਹੈ, ਉਹਨੂੰ ਪਤਾ ਲੱਗ ਜਾਂਦਾ ਅੰਦਰੋਂ ਕੌਣ ਨਹੀਂ ਹੁੰਦਾ। ਵੈਸੇ ਤਾਂ ਹਰ ਕੋਈ ਲਿਖ ਜਾਂਦਾ ਆਪਦੇ ਸਵਾਰਥ ਲਈ, ਤਾਂ ਹਰ ਕੋਈ ਨੀਵਾਂ ਹੋ ਜਾਂਦਾ। ਜੋ ਅੰਦਰੋਂ ਨੀਵਾਂ ਹੁੰਦਾ ਉਹ ਵੱਡਾ ਮੰਨਿਆ ਜਾਂਦਾ ਹੈ। ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰੇ ਪਰਵਾਣੋ, ਉਹੀ ਕਬੂਲ ਹੁੰਦੇ ਆ। ਗੁਰੂ ਸਾਹਿਬ ਕਹਿੰਦੇ ਜਿਹੜੇ ਮਨੁੱਖ ਜਿਉਂਦਿਆਂ ਹੀ ਆਪਣੇ ਆਪ ਨੂੰ ਮਾਰਦੇ ਆ, ਆਪਾ ਭਾਵ ਮਾਰਦੇ ਆ, ਉਹਨਾਂ ਦਾ ਪਰਲੋਕ ਵਿੱਚ ਉਹਨਾਂ ਨੂੰ ਸਲਾਹਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਮਰਨਾ ਸਲਾਹਿਆ ਜਾਂਦਾ ਹੈ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ। ਗੁਰੂ ਸਾਹਿਬ ਫਰਮਾਉਂਦੇ ਹੈ, ਹੇ ਨਾਨਕ, ਇਹ ਜਗਤ ਇੱਕ ਖੇਡ ਤਮਾਸ਼ਾ ਹੈ। ਇਹ ਖੇਡ ਬਣਦੀ ਰਹਿੰਦੀ ਹੈ, ਢਹਿੰਦੀ ਰਹਿੰਦੀ ਹੈ। ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਇਹ ਕਿਸੇ ਵੇਲੇ ਮਨੁੱਖ ਨੂੰ ਹੀ ਸਮਝ ਲੱਗਦੀ, ਕਿਸੇ ਗੁਰਮੁਖ ਨੂੰ ਗੁਰੂ ਦੀ ਸ਼ਰਨ ਪਿਆ ਹੀ ਪਤਾ ਲੱਗਦਾ ਵੀ ਇਹ ਇੱਕ ਖੇਡ ਹੈ, ਇੱਕ ਬਾਜੀ ਹੈ। ਜੋ ਸੰਸਾਰ ਵਿੱਚ ਸਾਨੂੰ ਪਰਮਾਤਮਾ ਨੇ ਇਹ ਬਾਜੀ ਖੇਡਣ ਵਾਸਤੇ ਭੇਜਿਆ ਹੈ। ਜੋ ਪਰਮਾਤਮਾ ਦਾ ਨਾਮ ਸਿਮਰ ਕੇ ਜਾਊਗਾ ਤਾਂ ਉਹ ਬਾਜੀ ਜਿੱਤ ਕੇ ਜਾਊਗਾ। ਜੋ ਆਪਾ ਭਾਵ ਮਾਰ ਦੂਗਾ ਜਿਉਂਦੇ ਜੀ, ਉਹ ਇੱਥੋਂ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਊਗਾ। ਜਾਣਾ ਸਭ ਨੇ ਉੱਥੇ ਹੀ ਹੈ। ਇਸ ਲਈ ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਆਪਦਾ ਆਪ ਸਵਾਰੋ ਤਾਂ ਕਿ ਸਾਡਾ ਰਸਤਾ ਜੋ ਸੌਖਾ ਹੋ ਜਾਵੇ। ਕੀਤਾ ਵੇਖੇ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕਿ ਗੁਰੂ ਸਾਹਿਬ ਫਰਮਾਉਂਦੇ ਮਾਲਕ ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਹੀ ਸੰਭਾਲ ਕਰਦਾ ਹੈ। ਆਪਣੀ ਰਚਨਾ ਦਾ ਉਹ ਆਪ ਹੀ ਧਿਆਨ ਰੱਖਦਾ ਹੈ। ਕਹਿੰਦੇ ਜੋ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਉਹਦਾ ਧਿਆਨ ਪਰਮਾਤਮਾ ਆਪ ਹੀ ਰੱਖਦਾ ਹੈ। ਸਾਰਾ ਕੁਛ ਉਹਦੇ ਨਿਯਮ ਅਨੁਸਾਰ ਹੀ ਹੁੰਦਾ ਹੈ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੇ। ਪ੍ਰਭੂ ਆਪਣੀ ਸਾਰੀ ਰਚਨਾ ਦਾ ਖਿਆਲ ਰੱਖਦਾ ਹੈ। ਉਸ ਨੂੰ ਆਸਰਾ ਸਹਾਰਾ ਦਿੰਦਾ ਹੈ ਜਿਸ ਨੇ ਜਗਤ ਰਚਿਆ ਹੈ। ਉਹ ਹੀ ਇਸ ਸਾਰੇ ਸੰਸਾਰ ਦੀਆਂ ਲੋੜਾਂ ਨੂੰ ਜਾਣਦਾ ਹੈ। ਵਾਹਿਗੁਰੂ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ ਕਿ ਕਿਵੇਂ ਇਹ ਹੁਕਮ ਜਗਤ ਵਿੱਚ ਵਰਤਿਆ ਜਾਣਾ ਹੈ। ਜੋ ਵੀ ਮਨੁੱਖ ਕਰਮ ਕਰਦਾ ਹੈ, ਪਰਮਾਤਮਾ ਉਹਨੂੰ ਵੇਖਦਾ ਹੈ। ਉਹ ਸਭ ਦੇ ਦਿਲਾਂ ਦੇ ਵਿੱਚ ਹੀ ਹੈ, ਸਭ ਦੇ ਦਿਲਾਂ ਨੂੰ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ। ਜਿਨ ਕਿਛ ਕੀਆ ਸੋਈ ਜਾਣੇ, ਤਾਂ ਕਾ ਰੂਪ ਅਪਾਰੋ। ਜਿਸ ਪ੍ਰਭੂ ਨੇ ਇਹ ਜਗਤ ਰਚਨਾ ਕੀਤੀ ਹੋਈ ਹੈ, ਉਹ ਇਸ ਦੀਆਂ ਲੋੜਾਂ ਨੂੰ ਜਾਣਦਾ ਹੈ। ਉਹ ਪ੍ਰਭੂ ਸਰੂਪ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਕਿਸ ਨੂੰ ਬਾਬਾ ਰੋਈਐ, ਬਾਜੀ ਹੈ ਇਹ ਸੰਸਾਰੋ। ਹੇ ਨਾਨਕ, ਇਹ ਜਗਤ ਇੱਕ ਖੇਡ ਹੈ,
ਇੱਥੇ ਜੋ ਵੀ ਘੜਿਆ ਉਸਨੇ ਭੱਜਣਾ ਹੈ। ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਜੋ ਵੀ ਇਸ ਸੰਸਾਰ ਤੇ ਆਇਆ ਹੈ ਉਹਨੇ ਜਾਣਾ ਹੈ, ਰੋਣਾ ਵਿਅਰਥ ਹੈ। ਜਿਸ ਰਸਤੇ ਬਹੁਤ ਜਾਣੇ ਚਲੇ ਗਏ, ਆਪਾਂ ਵੀ ਉਸ ਰਸਤੇ ਜਾਣਾ ਹੈ। ਉਹ ਰਸਤਾ ਆਪਾਂ ਸੌਖਾ ਕਰ ਲਈਏ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੀਏ, ਸਿਮਰਨ ਕਰੀਏ, ਤਾਂ ਕਿ ਆਪਣਾ ਇਹ ਰਸਤਾ ਸੌਖਾ ਹੋ ਜਾਵੇ ਤੇ ਆਪਾਂ ਨੂੰ ਅੱਗੇ ਜਾ ਕੇ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਹੋ ਜਾਵੇ। ਆਪਾਂ ਨੂੰ ਜਿਉਂਦੇ ਜੀ ਪਰਮਾਤਮਾ ਦਾ ਮਿਲਾਪ ਹੋ ਜਾਵੇ। ਅੱਗੇ ਤਾਂ ਕਿਸੇ ਨੇ ਵੇਖਿਆ ਹੀ ਨਹੀਂ ਵੀ ਅੱਗੇ ਜਾ ਕੇ ਪਰਮਾਤਮਾ ਨਾਲ ਮਿਲਾਪ ਹੋਣਾ ਵੀ ਹੈ ਕਿ ਨਹੀਂ ਹੋਣਾ। ਜਿਉਂਦੇ ਜੀ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਕਰਨਾ ਹੈ। ਆਪਾ ਭਾਵ ਮਾਰਨਾ ਹੈ, ਆਪਦੇ ਵਿੱਚੋਂ ਵਕਾਰ ਕੱਢਣੇ ਹੈ, ਗੁਣ ਲੈ ਕੇ ਆਉਣੇ ਆ, ਨੀਵੇਂ ਹੋਣਾ ਹੈ, ਨਿਮਰਤਾ ਚਾਹਣਾ ਹੈ, ਫਿਰ ਗੁਰੂ ਸਾਹਿਬ ਨਾਲ ਮਿਲਾਪ ਹੋਣਾ ਹੈ। ਨਹੀਂ ਤਾਂ ਸਭ ਨੇ ਮਰਨਾ ਹੈ, ਇੱਥੋਂ ਵਿਛੋੜਾ ਤਾਂ ਸਭ ਦਾ ਹੀ ਪੈਣਾ ਹੈ। ਅੱਗੇ ਜਾ ਕੇ ਕੁਛ ਨਹੀਂ ਬਣਨਾ। ਗੁਰੂ ਸਾਹਿਬ ਫਰਮਾਉਂਦੇ ਸਭਨਾ ਮਰਨਾ ਆਇਆ, ਵਿਛੋੜਾ ਸਭਨਾ ਹੀ, ਪੁੱਛੋ ਜਾਏ ਸਿਆਣਿਆ, ਅੱਗੇ ਮਿਲਣ ਹੈ ਕਿ ਨਾਏ। ਗੁਰੂ ਸਾਹਿਬ ਕਹਿੰਦੇ ਆ ਸਭ ਨੇ ਮਰ ਜਾਣਾ ਹੈ, ਇੱਥੇ ਵਿਛੋੜਾ ਸਭ ਦਾ ਪੈ ਜਾਣਾ ਹੈ। ਫਿਰ ਕਿਸੇ ਸਿਆਣਿਆਂ ਕੋਲੋਂ ਜਾ ਕੇ ਪੁੱਛੀਏ ਵੀ ਅੱਗੇ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ ਕਿ ਨਹੀਂ ਹੋਣਾ। ਵੇਖੋ ਕੋਈ ਨਹੀਂ ਦੱਸ ਸਕਦਾ ਵੀ ਅੱਗੇ ਮਿਲਾਪ ਹੋਣਾ ਹੈ ਕਿ ਨਹੀਂ ਹੋਣਾ, ਕਿਉਂਕਿ ਜਦੋਂ ਜੀਵ ਇੱਥੋਂ ਚਲਿਆ ਜਾਂਦਾ ਫਿਰ ਤਾਂ ਉਹ ਦੱਸ ਹੀ ਨਹੀਂ ਸਕਦਾ। ਇਸ ਲਈ ਜਿਉਂਦੇ ਜੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਵਿੱਚੋਂ ਹਉਮੈ ਕੱਢ ਕੇ, ਇਹ ਵਿਕਾਰ ਕੱਢ ਕੇ ਫਿਰ ਪਰਮਾਤਮਾ ਨੂੰ ਮਿਲਿਆ ਜਾਣਾ ਹੈ। ਵਾਹਿਗੁਰੂ ਵਾਹਿਗੁਰੂ। ਹਾਂਜੀ ਸੰਗਤ ਜੀ, ਅੱਜ ਗੁਰੂ ਸਾਹਿਬ ਨੇ ਇੰਨੀ ਸੇਵਾ ਬਖਸ਼ੀ। ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ। ਗੁਰੂ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ, ਬਖਸ਼ ਲੈਣਾ। ਇਹ ਅਕਾਲ ਪੁਰਖ ਵਾਹਿਗੁਰੂ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲਣਾ, ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਆਵੇ। ਵਾਹਿਗੁਰੂ ਤੂੰ ਚੇਤੇ ਆਵੇਂ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਅਵਰ ਨ ਤੇਰੀ ਬਾਤੇ, ਅਵਰ ਨ ਤੇਰੀ ਬਾਤੇ।